ਸਵਾਗਤ ਮੈਂ ਹਰਜਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ। ਭਾਸਕਰ ਸਾਹਿਬ, ਅੱਜ ਦੇਰ ਸ਼ਾਮ ਦੀ ਸਭ ਤੋਂ ਚਰਚਿਤ ਖਬਰ, ਬ੍ਰੇਕਿੰਗ ਨਿਊਜ਼, ਸਮੇਧ ਸਿੰਘ ਸੈਣੀ ਗ੍ਰਿਫਤਾਰ ਕਰ ਲਏ ਗਏ। ਪੰਜਾਬ ਦੇ ਸਭ ਤੋਂ ਵੱਧ ਚਰਚਿਤ ਪੁਲਿਸ ਅਧਿਕਾਰੀ ਸਮੇਧ ਸਿੰਘ ਸੈਣੀ ਆਖਰ ਪੁਲਿਸ ਦੇ ਸਕੰਜੇ ਦੇ ਵਿੱਚ ਨੇ। ਸਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਨੂੰ ਲੈ ਕੇ ਸਿਆਸੀ ਹਲਕਿਆਂ 'ਚ ਹੜਕੰਪ ਮਚਿਆ ਹੋਇਆ। ਦੇਰ ਤੋਂ ਲਗਾਤਾਰ ਪੁਲਿਸ ਦੀ ਗ੍ਰਿਫਤ ਤੋਂ ਬਚਦੇ ਸਮੇਧ ਸਿੰਘ ਸੈਣੀ ਲਗਾਤਾਰ ਕੇਸਾਂ ਨਾਲ ਜੂਝਦੇ, ਭਾਵੇਂ ਮਲਤਾਨੀ ਕੇਸ ਹੋਵੇ, ਸੈਣੀ ਕੇਸ ਹੋਵੇ, ਜੇ ਇਸ ਤੋਂ ਇਲਾਵਾ ਬਰਗਾੜੀ ਬੇਅਦਬੀ ਮਾਮਲਿਆਂ ਦੀ ਗੱਲ ਹੋਵੇ, ਪੁਲਿਸ ਕੇਸਾਂ ਦੇ ਵਿੱਚ ਗੋਲੀ ਚੱਲਣ ਦੀ ਮਾਮਲੇ ਦੀ ਗੱਲ ਹੋਵੇ, ਸਮੇਧ ਸਿੰਘ ਸੈਣੀ ਲਗਾਤਾਰ ਕੋਰਟਾਂ ਤੋਂ ਰਾਹਤ ਲੈ ਰਹੇ ਸੀਗੇ ਔਰ ਲਗਾਤਾਰ ਹਾਈ ਪ੍ਰੋਫਾਈਲ ਜੈਡ ਸਿਕਿਉਰਿਟੀ ਦੇ ਵਿੱਚ ਵਿਚਰਨ ਵਾਲੇ ਸਮੇਧ ਸਿੰਘ ਸੈਣੀ ਨੂੰ ਫੜਨਾ ਪੰਜਾਬ ਪੁਲਿਸ ਲਈ ਦੂਰ ਦੀ ਕੌਡੀ ਸੀ। ਇੱਕ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਲਗਾਤਾਰ ਕਹਿੰਦੇ ਰਹੇ ਕਿ ਜੇਕਰ ਮੈਂ ਪੁਲਿਸ ਅਫਸਰ ਹੁੰਦਾ, ਕੰਧ ਟੱਪ ਕੇ ਸੈਣੀ ਨੂੰ ਫੜ ਲੈਂਦਾ। ਉਹ ਸੂਈ ਨੇ ਜਿਹੜੇ ਕਿਤੇ ਫੜੇ ਨਹੀਂ ਜਾਂਦੇ। ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਵੱਲ ਵੀ ਸ਼ੱਕ ਦੀ ਸੂਈ ਉੱਠਦੀ ਰਹੀ ਕਿ ਆਖਰ ਇੱਛਾ ਸ਼ਕਤੀ ਦੀ ਕਿਹੜੀ ਕਮੀ ਆ, ਸਮੇਧ ਸਿੰਘ ਸੈਣੀ ਗ੍ਰਿਫਤਾਰ ਕੀਤੇ ਕਿਉਂ ਨਹੀਂ ਜਾ ਰਹੇ। ਔਰ ਲਗਾਤਾਰ ਇਹ ਗੱਲ ਹੁੰਦੀ ਰਹੀ ਕਿ ਆਖਰ ਕੋਰਟਾਂ ਚੋਂ ਉਹ ਲਗਾਤਾਰ ਰਾਹਤ ਕਿਵੇਂ ਲੈ ਰਹੇ ਆ। ਉਹਨਾਂ ਨੂੰ 7-7 8-8 ਦਿਨ ਦੇ ਵਿੱਚ ਜਿਹੜੀ ਕੋਰਟਾਂ ਦੇ ਵਿੱਚੋਂ ਰਾਹਤ ਮਿਲਣ ਤੋਂ ਦਰਮਿਆਨ ਦਾ ਪੀਰੀਅਡ ਸੀ, ਉਹਦੇ ਵਿੱਚ ਲੱਭਿਆ ਕਿਉਂ ਨਹੀਂ ਜਾ ਰਿਹਾ। ਔਰ ਬਹੁਤ ਸਾਰੇ ਚਰਚਿਤ ਕੇਸਾਂ ਦੇ ਵਿੱਚ ਇਹ ਚਿਹਰਾ ਲਗਾਤਾਰ ਸੁਰਖੀਆਂ 'ਚ ਛਾਇਆ ਰਿਹਾ। ਲੇਕਿਨ ਅੱਜ ਦੇਰ ਸ਼ਾਮ ਸਮੇਧ ਸਿੰਘ ਸੈਣੀ ਗ੍ਰਿਫਤਾਰ ਕਰ ਲਏ ਜਾਂਦੇ ਆ ਪੰਜਾਬ ਦੇ ਵਿਜੀਲੈਂਸ ਬਿਊਰੋ ਵੱਲੋਂ। ਤੁਹਾਨੂੰ ਯਾਦ ਹੋਊਗਾ ਕਿ ਬੀਤੇ ਇੱਕ ਦਿਨ ਪਹਿਲਾਂ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀਗੀ ਕਿ ਮੈਂ ਪੁਲਿਸ ਜਾਂਚ ਵਿੱਚ ਸ਼ਾਮਲ ਹੋਣ ਲਈ ਰੈਡੀ ਹਾਂ, ਲੇਕਿਨ ਇਸ ਦਰਮਿਆਨ ਦੇ ਵਿੱਚ ਕੋਈ ਹੋਰ ਕੇਸ ਦਰਜ ਕਰਕੇ ਮੈਨੂੰ ਅੰਦਰ ਕਰ ਦਿੱਤਾ ਜਾਊਗਾ ਜਾਂ ਮੇਰੀ ਗ੍ਰਿਫਤਾਰੀ ਹੋ ਸਕਦੀ ਆ। ਸੋ ਇਸ ਕਰਕੇ ਮੈਨੂੰ ਬਲੈਂਕਟ ਬੇਲ ਦਿੱਤੀ ਜਾਵੇ, ਜਿਹਦੇ 'ਚ ਮੈਨੂੰ ਦੱਸਿਆ ਜਾਵੇ ਕੋਈ ਵੀ ਕਿਸੇ ਵੀ ਧਾਰਾ 'ਚ ਕੇਸ ਦਰਜ ਹੋਵੇ। ਲੇਕਿਨ ਮਾਨਯੋਗ ਉੱਚ ਅਦਾਲਤ ਨੇ ਉਹ ਅਰਜੀ ਖਾਰਜ ਕਰਤੀ ਸੀਗੀ। ਰਾਦਰ ਝਿੜਕ ਵੀ ਲਾਈ ਸੀਗੀ, ਜਿਹਨੂੰ ਕਹਿੰਦੇ ਹੁੰਦੇ ਆ, ਖਿਚਾਈ ਕੀਤੀ ਗਈ ਸੀਗੀ। ਸਮੇਧ ਸਿੰਘ ਸੈਣੀ ਇਸ ਮਾਮਲੇ ਤੋਂ ਇੱਕ ਦਿਨ ਬਾਅਦ ਜਦੋਂ ਵਿਜੀਲੈਂਸ ਬਿਊਰੋ ਦੇ ਪੇਸ਼ ਹੁੰਦੇ ਆ ਤਾਂ ਉਹਨਾਂ ਦੀ ਗ੍ਰਿਫਤਾਰੀ ਦਰਜ ਕਰ ਲਈ ਜਾਂਦੀ ਆ। ਸੋ ਇਹ ਦੇਖਣਾ ਹੋਊਗਾ ਕਿ ਪੰਜਾਬ ਦੇ ਸਿਆਸੀ ਗਲਿਆਰਿਆਂ 'ਚ ਜਦੋਂ ਕਾਂਗਰਸ ਦੀ ਗਵਰਨਮੈਂਟ ਪੰਗੇ 'ਚ ਆ, ਬੇਅਦਬੀ ਮਾਮਲਿਆਂ ਨੂੰ ਲੈ ਕੇ ਲਗਾਤਾਰ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਜਾ ਰਿਹਾ। ਇਹ ਸਮੇਧ ਸਿੰਘ ਸੈਣੀ ਜਿਹੜੇ ਬਾਦਲਕਿਆਂ ਵੱਲੋਂ ਆਪਣੇ ਪੀਰੀਅਡ ਦੌਰਾਨ ਡੀਜੀਪੀ ਲਾਏ ਗਏ ਸੀਗੇ, ਅੱਜ ਉਹ ਇੱਕ ਮੁਸ਼ਕਲ ਘੜੀ ਦੇ ਵਿੱਚ ਖੜੇ ਆ। ਬਹੁਤ ਸਾਰੇ ਐਸੇ ਕੇਸ, ਜਦੋਂ ਅਸੀਂ ਯੂਰਪ ਨੂੰ ਦੇਖਦੇ ਹਾਂ, ਅਮਰੀਕਾ ਮਹਾਂਦੀਪ ਨੂੰ ਦੇਖਦੇ ਹਾਂ, ਤਾਂ ਜਦੋਂ ਵੀ ਕੋਈ ਮੁਸੀਬਤ 'ਚ ਹੁੰਦਾ ਉਹਦੇ ਲਈ ਸਭ ਤੋਂ ਨੇੜੇ ਪੁਲਿਸ ਦੀ ਘੰਟੀ ਹੁੰਦੀ ਆ। ਉਹ ਡਾਇਲ ਕਰਦਾ ਹੈ, ਉਹ ਮਦਦ ਲਈ ਪੁਲਿਸ ਨੂੰ ਲਗਾਤਾਰ ਨੌਕ ਕਰਦਾ ਹੈ ਔਰ ਪੁਲਿਸ ਹਾਜ਼ਰ ਹੁੰਦੀ ਹੈ। ਲੇਕਿਨ ਪੁਲਿਸ ਦਾ ਚਿਹਰਾ ਪੰਜਾਬ ਦੇ ਵਿੱਚ ਕਰੂਪ ਕਿਵੇਂ ਬਣ ਗਿਆ, ਇਹ ਵਰਤਾਰਿਆਂ ਦੇ ਦਰਮਿਆਨ ਸਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ। ਭਾਸਕਰ ਸਾਹਿਬ, ਮੈਨੂੰ ਦੱਸਿਓ ਇਸ ਗ੍ਰਿਫਤਾਰੀ ਦੇ ਅਰਥ ਕੀ ਨੇ? ਵਿਜੀਲੈਂਸ ਵੱਲੋਂ ਦੇਰ ਸ਼ਾਮ ਨੂੰ ਸੈਣੀ ਨੂੰ ਗ੍ਰਿਫਤਾਰ ਕਰਨ ਨੂੰ ਕਿਵੇਂ ਲਿਆ ਜਾਵੇ? ਸਿਆਸੀ ਅਰਥ ਕੀ ਲਏ ਜਾਣ? ਸਮਾਜਿਕ ਤਾਣੇ ਬਾਣੇ ਤੇ ਦਾ ਕੀ ਅਸਰ ਹੋਊਗਾ? ਇਹ ਇੱਕ ਐਸੀ ਖਬਰ ਆ ਜਿਹੜੀ ਦੇਰ ਤੋਂ ਲਗਾਤਾਰ ਸੁਰਖੀਆਂ ਬਟੋਰ ਰਹੀ ਸੀ। ਬੀਤੇ ਕੱਲ ਅਸੀਂ ਵੀ ਇਹ ਸਿਰਲੇਖ ਬਣਾਇਆ ਸੀਗਾ ਕਿ ਫੜੇ ਜਾਣਗੇ ਸਮੇਧ ਸਿੰਘ ਸੈਣੀ। ਜਿਹੜੇ ਡਰ ਸਮੇਧ ਸਿੰਘ ਸੈਣੀ ਦੇ ਸੀਗੇ, ਆਖਰ ਉਹ ਵਾਪਰ ਜਾਂਦਾ। ਲੇਕਿਨ ਇਹਦੇ ਅਗਲੇ ਸਵਾਲ ਆ ਕਿ ਇਸ ਗ੍ਰਿਫਤਾਰੀ ਤੋਂ ਬਾਅਦ ਕੀ ਬਹੁਤ ਸਾਰੀਆਂ ਵੱਖ-ਵੱਖ ਕੇਸਾਂ 'ਚ ਹੋਰ ਪਰਤਾਂ ਖੁੱਲਣਗੀਆਂ? ਸਮੇਧ ਸਿੰਘ ਸੈਣੀ ਦੇ ਪਿੱਛੇ ਵੱਖ-ਵੱਖ ਪਰਤਾਂ ਦੇ ਵਿੱਚ ਕੌਣ ਖੜਾ? ਜੇਕਰ ਬੇਅਦਬੀ ਮਾਮਲਿਆਂ ਤੋਂ ਬਾਅਦ ਗੋਲੀ ਕਾਂਡ ਨੂੰ ਲਈਏ, ਉਹ ਗੋਲੀ ਕਿਵੇਂ ਚੱਲਦੀ ਆ? ਸ਼ਾਂਤਮਈ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ। ਕੌਣ ਪੁਲਿਸ ਅਧਿਕਾਰੀ ਸੀਗੇ? ਕਿੱਥੋਂ ਗੱਲ ਤਾਰ ਹਿਲਦੀ ਆ? ਕਿ ਇਹਦੇ ਵਿੱਚ ਸਿਆਸੀ ਕੋਈ ਕਨੈਕਸ਼ਨ ਵੀ ਹੈਗਾ? ਸੋ ਇਹ ਸਾਰੇ ਮਸਲੇ ਜਦੋਂ ਐਡਰੈਸ ਹੋਣਗੇ ਤਾਂ ਪੰਜਾਬ ਦੇ ਕਈ ਮਸਲੇ ਆਪ ਮੁਹਾਰੇ ਹੱਲ ਹੋਣ ਵੱਲ ਹੋਣਗੇ। ਇਹਦੇ 'ਚ ਸਿਆਸੀ ਇੱਛਾ ਸ਼ਕਤੀ ਔਰ ਬਹੁਤ ਹੋਰ ਸਾਰੇ ਮਸਲੇ ਵੀ ਸ਼ਾਮਲ ਹੋਣਗੇ। ਸੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਦੇਰ ਸ਼ਾਮ ਨੂੰ ਵਾਪਰੇ ਇਸ ਘਟਨਾਕ੍ਰਮ ਨੂੰ ਕਿਵੇਂ ਲਈਏ? ਇਹਦੇ ਨਾਲ ਮੌਜੂਦਾ ਪਰਿਸਥਿਤੀਆਂ 'ਚ ਕੋਈ ਬਦਲਾਅ ਹੋਣ ਵਾਲਾ? ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਤੇ ਉਹਨਾਂ ਦੇ ਉੱਤੇ ਉੱਠਦੇ ਹੱਥ ਤੇ ਉਂਗਲਾਂ ਕੁਝ ਘਟਣਗੀਆਂ? ਬਿਲਕੁਲ ਠੀਕ ਕਹਿ ਰਹੇ ਹੋ ਰੰਧਾਵਾ ਜੀ। ਜਿੰਨੀ ਵੀ ਤੁਸੀਂ ਨੈਰੇਟਿਵ ਸੈੱਟ ਕੀਤਾ, ਜਿੰਨੀ ਵੀ ਗੱਲਾਂ ਕੀਤੀ, ਇਹ ਸਾਰੇ ਕੇਸਾਂ ਦੇ ਵਿੱਚ ਸੁਮੇਧ ਸਿੰਘ ਸੈਣੀ ਉਹਨਾਂ ਅਕਸਰ ਬਚਦੇ ਹੋਏ ਨਜ਼ਰ ਆਏ। ਸਭ ਤੋਂ ਜ਼ਿਆਦਾ ਲੇਟੈਸਟ ਕੇਸ ਸੀਗਾ ਉਹਨਾਂ ਦੇ ਖਿਲਾਫ ਡਿਸਪ੍ਰਪੋਰਸ਼ਨੇਟ ਐਸੈਟ ਦਾ। ਉਹਦੇ ਵਿੱਚ ਵੀ ਹਾਈ ਕੋਰਟ ਦੇ ਵਿੱਚੋਂ ਉਹਨਾਂ ਨੂੰ 1 ਹਫ਼ਤੇ ਦੀ ਇੰਟਰੀਮ ਬੇਲ ਮਿਲ ਗਈ ਸੀ। ਯਾਨੀ ਪੁਲਿਸ ਨੂੰ ਕਿਹਾ ਗਿਆ ਸੀਗਾ
ਅਗਰ ਇਸ ਕੇਸ ਦੇ ਵਿੱਚ ਉਹਨਾਂ ਨੂੰ ਅਰੈਸਟ ਕਰਨਾ ਹੈ ਤੇ ਇੱਕ ਜੀ ਹਫ਼ਤੇ ਪਹਿਲੇ ਉਹਨਾਂ ਨੂੰ ਦੱਸਣਾ ਪਏਗਾ। ਔਰ ਨਾਲ ਦੇ ਨਾਲ ਇੱਕ ਹੋਰ ਅਰਜੀ ਲਾਈ ਸੀ ਜਿਹਦਾ ਤੁਸੀਂ ਜ਼ਿਕਰ ਕੀਤਾ ਹੈ ਕਿ ਕਿਸੇ ਹੋਰ ਕੇਸ ਦੇ ਵਿੱਚ ਵੀ ਅਗਰ ਪੁਲਿਸ ਨੂੰ ਉਹਨਾਂ ਨੂੰ ਅਰੈਸਟ ਕਰਨਾ ਹੋਏ ਤੇ ਉਹਦੇ ਵਾਸਤੇ ਬਲੈਂਕਟ ਬੇਲ ਦਿੱਤੀ ਜਾਏ। ਉਹ ਅਰਜੀ ਉਹਨਾਂ ਦੀ ਖਾਰਿਜ ਹੋਏਗੀ। ਅੱਜ ਉਹ ਵਿਜੀਲੈਂਸ ਡਿਪਾਰਟਮੈਂਟ ਦੇ ਸਾਹਮਣੇ ਪੇਸ਼ ਹੋਣ ਵਾਸਤੇ ਉਸ ਡਿਪਾਰਟਮੈਂਟ ਦੇ ਦਫ਼ਤਰ ਦੀ ਪਾਰਕਿੰਗ 'ਚ ਪਹੁੰਚਦੇ ਨੇ। ਪਾਰਕਿੰਗ ਦੇ ਵਿੱਚ ਉਹ ਗੱਡੀ 'ਚ ਬੈਠੇ ਹੁੰਦੇ ਨੇ, ਆਪਣੇ ਵਕੀਲ ਨੂੰ ਅੰਦਰ ਭੇਜਦੇ ਨੇ ਔਰ ਉਹ ਗੱਡੀ 'ਚੋਂ ਨਹੀਂ ਨਿਕਲਦੇ। ਤਕਰੀਬਨ ਅੱਧੇ ਪੌਣੇ ਘੰਟੇ ਬਾਅਦ ਵਿਜੀਲੈਂਸ ਡਿਪਾਰਟਮੈਂਟ ਦੇ ਅਫੀਸ਼ੀਅਲਸ ਗੱਡੀ ਦੇ ਕੋਲ ਆਉਂਦੇ ਨੇ। ਉਹਨਾਂ ਨੂੰ ਇਹ ਕਹਿੰਦੇ ਵੀ ਤੁਸੀਂ ਅੰਦਰ ਚਲੋ। ਉਹ ਕਹਿੰਦੇ ਵੀ ਅੰਦਰ ਨਹੀਂ ਜਾਊਂਗਾ ਮੈਂ, ਕਿਉਂਕਿ ਮੈਨੂੰ ਇੱਕ ਬੇਲ ਮਿਲੀ ਹੋਈ ਹੈ ਜਿਹਦੇ ਵਿੱਚ ਅਗਰ ਤੁਸੀਂ ਮੈਨੂੰ ਅਰੈਸਟ ਕਰਨਾ ਹੈ ਤੇ ਮੈਨੂੰ ਘੱਟ ਤੋਂ ਘੱਟ ਇੱਕ ਹਫ਼ਤੇ ਦਾ ਟਾਈਮ ਦੇ ਦਿੱਤਾ ਜਾਏਗਾ। ਅਚਾਨਕ ਹੀ ਪਤਾ ਲੱਗਦਾ ਹੈ ਵੀ ਇੱਕ ਨਵਾਂ ਕੇਸ ਉਹਨਾਂ ਦੇ ਉੱਤੇ ਦਰਜ ਕੀਤਾ ਜਾਂਦਾ ਹੈ। ਉਹ ਹੈਗਾ ਕਾਂਸਟੇਬਲ ਭਰਤੀ ਘੁਟਾਲੇ ਦਾ, ਯਾਨੀ ਕਾਂਸਟੇਬਲ ਦੀ ਭਰਤੀ ਦੇ ਵਿੱਚ ਜਿਹੜਾ ਘੁਟਾਲਾ ਹੋਇਆ ਸੀਗਾ ਉਹ ਕੇਸ ਦਰਜ ਕਰਕੇ ਵਿਜੀਲੈਂਸ ਡਿਪਾਰਟਮੈਂਟ ਉਹਨਾਂ ਦੀ ਅਰੈਸਟ ਪਾ ਦਿੰਦਾ ਹੈ ਤੇ ਉਹਨਾਂ ਨੂੰ ਜ਼ਬਰਦਸਤੀ ਉਸ ਗੱਡੀ 'ਚੋਂ ਉਤਾਰਿਆ ਜਾਂਦਾ ਹੈ। ਉਸ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰ ਦਿੱਤਾ ਜਾਂਦਾ ਹੈ। ਇਹ ਸਾਰੀ ਘਟਨਾਕ੍ਰਮ ਦੇ ਵਿੱਚ ਇੱਕ ਗੱਲ ਤੇ ਸਾਫ਼ ਹੈ ਕਿ ਕਿਸੇ ਨਾ ਕਿਸੇ ਜਗ੍ਹਾ ਜਿਹੜਾ ਪੋਲੀਟੀਕਲ ਪ੍ਰੈਸ਼ਰ ਹੈਗਾ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ, ਵਿਜੀਲੈਂਸ ਡਿਪਾਰਟਮੈਂਟ ਦੇ ਉੱਤੇ, ਕਿਉਂਕਿ ਸੁਮੇਧ ਸੈਣੀ ਦੇ ਉੱਤੇ ਇੰਨੇ ਸਾਰੇ ਕੇਸ ਹੋਣ ਦੇ ਬਾਵਜੂਦ ਵੀ, ਰੇਡਾਂ ਪੈਣ ਦੇ ਬਾਵਜੂਦ ਵੀ ਉਹਨਾਂ ਦਾ ਅਰੈਸਟ ਨਾ ਹੋਣਾ ਕਿਸੇ ਨਾ ਕਿਸੇ ਜਗ੍ਹਾ ਸਰਕਾਰ ਦਾ ਇੱਕ ਮਜ਼ਾਕ ਉੜ ਰਿਹਾ ਸੀਗਾ। ਪਰ ਅੱਜ ਉਹ ਪੇਸ਼ ਹੁੰਦੇ ਨੇ, ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਹੈ। ਫਿਲਹਾਲ ਉਹ ਵਿਜੀਲੈਂਸ ਡਿਪਾਰਟਮੈਂਟ ਦੇ ਥਾਣੇ ਦੇ ਵਿੱਚ ਰਾਤ ਗੁਜ਼ਾਰਨਗੇ। ਕੱਲ ਉਹ ਹੋ ਸਕਦਾ ਹੈ ਕਿ ਕੋਰਟਾਂ ਦੇ ਵਿੱਚ ਪਟੀਸ਼ਨ ਦਾਖਲ ਕਰਨਗੇ। ਹੁਣ ਜਦ ਇੱਕ ਕੇਸ ਦੇ ਵਿੱਚ ਅਰੈਸਟ ਹੋ ਜਾਂਦੀ ਹੈ, ਉਸ ਤੋਂ ਬਾਅਦ ਕਈ ਪਰਤਾਂ ਖੁੱਲਣਗੀਆਂ। ਬਹੁਤ ਸਾਰੇ ਕੇਸਾਂ ਦੇ ਵਿੱਚ ਉਹਨਾਂ ਦੇ ਨਾਲ ਪੁੱਛਗਿੱਛ ਹੋਏਗੀ, ਭਾਵੇਂ ਉਹ ਗੋਲੀकांड ਹੋਏ, ਭਾਵੇਂ ਉਹ ਮੁਲਤਾਨੀ ਕੇਸ ਹੋਏ, ਭਾਵੇਂ ਉਹ ਸੈਣੀ ਮੋਟਰਸ ਦਾ ਮਾਮਲਾ ਹੋਏ, ਭਾਵੇਂ ਉਹ ਡਿਸਪ੍ਰਪੋਰਸ਼ਨੇਟ ਐਸੈਟ ਦਾ ਮਾਮਲਾ ਹੋਏ। ਯਾਨੀ ਅਰੈਸਟ ਹੋਣ ਤੋਂ ਬਾਅਦ ਪੁਲਿਸ ਦੇ ਕੋਲ ਇੱਕ ਬੜੀ ਛੋਟ ਜੀ ਮਿਲ ਜਾਂਦੀ ਹੈ ਕਿ ਉਹ ਕਿਸੇ ਵੀ ਮਾਮਲੇ ਦੇ ਵਿੱਚ ਉਹਨਾਂ ਤੋਂ ਪੁੱਛਗਿੱਛ ਕਰ ਸਕਦੇ ਨੇ। ਹੁਣ ਸੈਣੀ ਸਾਹਿਬ ਦੀ ਦਿੱਕਤਾਂ ਵਧਣਗੀਆਂ, ਨਾਲ ਦੇ ਨਾਲ ਉਹਨਾਂ ਦੇ ਸਿਆਸੀ ਆਗੂ ਕਹਿ ਲਓ, ਮਾਸਟਰ ਕਹਿ ਲਓ, ਪੋਲੀਟੀਕਲ ਮਾਸਟਰਸ ਕਹਿ ਲਓ, ਉਹਨਾਂ ਦੇ ਵੀ ਮੁਸ਼ਕਿਲਾਂ ਅੱਗੇ ਚੱਲ ਕੇ ਵੱਧ ਸਕਦੀਆਂ। ਕਿਉਂਕਿ ਅਗਰ ਸੈਣੀ ਸਾਹਿਬ ਕਸਟਡੀ ਦੇ ਵਿੱਚ ਕੁਝ ਮੂੰਹ ਖੋਲ੍ਹਦੇ ਨੇ ਤੇ ਉਸ ਮੂੰਹ ਖੋਲ੍ਹਣ ਦੇ ਬਹੁਤ ਸਾਰੇ ਮਤਲਬ ਹੁੰਦੇ ਨੇ ਔਰ ਮਤਲਬਾਂ ਦੇ ਅੱਗੇ ਚੱਲ ਕੇ ਵਿਜੀਲੈਂਸ ਡਿਪਾਰਟਮੈਂਟ ਕੋਈ ਹੋਰ ਵੀ ਕੇਸਿਸ ਰਜਿਸਟਰਡ ਕਰ ਸਕਦੀ ਹੈ ਉਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਲੋਕਾਂ ਦਾ ਹਜੇ ਤੱਕ ਪੁਲਿਸ ਰਿਕਾਰਡ ਦੇ ਵਿੱਚ ਤੇ ਨਾਂ ਨਹੀਂ ਆਇਆ, ਪਰ ਉਹ ਪੁਲਿਸ ਰਿਕਾਰਡ ਤੋਂ ਬਚਣ ਦੇ ਬਾਵਜੂਦ ਹੁਣ ਉਹ ਆੜੇ ਹੱਥ ਲਿੱਤੇ ਜਾ ਸਕਦੇ ਨੇ। ਹੁਣ ਗੱਲ ਤੁਰੀ ਹੈ, ਦੂਰ ਤੱਕ ਜਾਏਗੀ। ਬਿਲਕੁਲ ਗੱਲ ਤੁਰੀ ਆ ਤਾਂ ਦੂਰ ਤੱਕ ਜਾਏਗੀ। ਲੇਕਿਨ ਜਦੋਂ ਕੋਈ ਸੱਤਾ 'ਚ ਹੁੰਦਾ ਹੈ, ਪਾਵਰ ਦੇ ਸਿਖਰ ਤੇ ਬੈਠਾ ਹੁੰਦਾ, ਉਹਦੇ ਤੋਂ ਉਮੀਦ ਕੀਤੀ ਜਾਂਦੀ ਆ, ਆਸ ਕੀਤੀ ਜਾਂਦੀ ਆ ਕਿ ਉਹ ਬਹੁਤ ਜ਼ਿੰਮੇਵਾਰੀ ਨਾਲ ਆਪਣੀ ਗੱਲ ਅੱਗੇ ਵਧਾਊਗਾ। ਅਕਸਰ ਇਹ ਕਿਹਾ ਜਾਂਦਾ ਕਿ ਵੱਡੇ ਅਹੁਦਿਆਂ ਤੇ ਲੋਕ ਜ਼ਿਆਦਾ ਪੇਸ਼ੈਂਸ ਵਾਲੇ ਹੋ ਜਾਂਦੇ ਆ ਔਰ ਉਹ ਬਹੁਤ ਬੈਲੈਂਸ ਤਰੀਕੇ ਨਾਲ ਚੱਲਦੇ ਆ। ਹੁਣ ਇਹ ਸੰਤੁਲਨ ਅਕਸਰ ਕਿਉਂ ਗਵਾਚਦਾ ਹੈ? ਸੁਮੇਧ ਸਿੰਘ ਸੈਣੀ ਨੂੰ ਲੈ ਕੇ ਜਿੰਨੇ ਵੀ ਕੇਸ ਸਾਹਮਣੇ ਆਉਂਦੇ ਗਏ, ਇਹ ਕਿੱਥੇ ਤੱਕ ਪਹੁੰਚਣਗੇ? ਇਹ ਲੌਜੀਕਲ ਐਂਡ ਤੇ ਕੀ ਰਿਜ਼ਲਟ ਆਉਣਗੇ? ਅਦਾਲਤਾਂ ਕੀ ਫੈਸਲੇ ਕਰਨਗੀਆਂ? ਇੱਕ ਵੱਖਰਾ ਮਸਲਾ ਹੈ। ਲੇਕਿਨ ਕਿਸੇ ਵੀ ਪੁਲਿਸ ਪ੍ਰਮੁੱਖ ਦਾ, ਕਿਸੇ ਵੀ ਸਟੇਟ ਜਾਂ ਦੇਸ਼ ਦੇ ਪੁਲਿਸ ਮੁਖੀ ਦਾ ਉਹ ਬੈਲੈਂਸਡ ਹਸਤੀ ਹੋਣਾ, ਸੰਤੁਲਿਤ ਸ਼ਖਸੀਅਤ ਹੋਣਾ ਬਹੁਤ ਵੱਡਾ ਇੱਕ ਕਾਰਕ ਹੁੰਦਾ ਹੈ ਉਸ ਸੁਸਾਇਟੀ ਦੇ ਵਿੱਚ, ਅਮਨ ਕਾਨੂੰਨ ਉੱਥੋਂ ਦੇ ਰਹਿਤਲ ਦੇ ਵਿੱਚ ਸ਼ਾਂਤਮਈ ਜੀਵਨ ਦੇ ਅੱਗੇ ਵਾਧੇ। ਸਵਾਲ ਸਭ ਤੋਂ ਵੱਡਾ ਹੈ ਕਿ ਏਡੀਆਂ ਵੱਡੀਆਂ ਕੁਰਸੀਆਂ ਤੇ ਗੈਰ ਜ਼ਿੰਮੇਵਾਰਾਨਾ ਤਰੀਕੇ ਨਾਲ ਅੱਗੇ ਵਧਣਾ ਕਿੰਨਾ ਜਾਇਜ਼ ਆ? ਨਿੱਜੀ ਦੁਸ਼ਮਣੀਆਂ, ਨਿੱਜੀ ਤਰ੍ਹਾਂ ਦੀਆਂ ਰੰਜਿਸ਼ਾਂ, ਸਿਆਸੀ ਜਿਹੜੇ ਵਿਰੋਧਾਭਾਸ ਆ, ਸਿਆਸੀ ਬਦਲਾਖੋਰੀਆਂ ਨੇ, ਇਹਨਾਂ ਦਾ ਕਿੰਨਾ ਕੁ ਸਥਾਨ ਬਣਦਾ ਹੈ? ਕੁਦਰਤੀ ਤੌਰ ਤੇ ਜਦੋਂ ਤੁਸੀਂ ਕੋਈ 1 ਲੱਖ ਤੋਂ 2 ਲੱਖ ਦੇ ਲਗਭਗ ਪੁਲਿਸ ਮੁਲਾਜ਼ਮਾਂ ਦੀ ਕਿਸੇ ਡਿਸਪਲਿਨਡ ਫੋਰਸ ਨੂੰ ਲੀਡ ਕਰ ਰਹੇ ਹੋਵੋ ਤਾਂ ਤੁਹਾਡੇ ਇੱਕ ਲਫ਼ਜ਼ ਦਾ ਅਰਥ ਕਿਸੇ ਦੀ ਜ਼ਿੰਦਗੀ ਨਾਲ ਖਲਵਾੜ ਕਰਨਾ ਵੀ ਹੋ ਸਕਦਾ, ਕਿਸੇ ਦੇ ਜੀਵਨ ਦੇ ਵਿੱਚ ਜ਼ਹਿਰ ਘੋਲਣਾ ਵੀ ਹੋ ਸਕਦਾ। ਇਹ ਬੜੇ ਵੱਡੇ ਮਸਲੇ ਨੇ ਕਿਸੇ ਸੱਭਿਅਕ ਮੁਆਸ਼ਰੇ ਲਈ। ਸਭ ਤੋਂ ਵੱਡਾ ਭਾਸਕਰ ਸਾਹਿਬ ਇਹੀ ਮਸਲਾ ਹੈ ਕਿ ਪੁਲਿਸ ਪ੍ਰਮੁੱਖ ਦਾ ਅਨੈਤਿਕ ਕੰਮਾਂ 'ਚ ਘਿਰੇ ਹੋਣਾ। ਇਹਦੇ ਵਿੱਚ ਕੱਲ ਨੂੰ ਅਦਾਲਤਾਂ ਕੀ ਫੈਸਲੇ ਕਰਦੀਆਂ ਵੱਖਰੀ ਗੱਲ ਆ, ਲੇਕਿਨ ਦੋਸ਼ ਲੱਗਣੇ ਵੀ ਇੱਕ ਬੜਾ ਘਿਨਾਉਣਾ ਕਾਰਜ ਮੰਨਿਆ ਜਾਊਗਾ ਕਿ ਤੁਸੀਂ ਪਾਵਰਫੁਲ ਸੀਗੇ,
ਤੇ ਤੁਸੀਂ ਪਾਵਰ ਦੀ ਨਜਾਇਜ਼ ਵਰਤੋਂ ਕੀਤੀ, ਇਹ ਦੋਸ਼ ਵੀ ਲੱਗਣ। ਸੁਮੇਧ ਸਿੰਘ ਸੈਣੀ ਜੇਕਰ ਜੀਵਨ ਦੇ ਵਿੱਚ ਸੱਚਮੁੱਚ ਕਿਸੇ ਇਸ਼ਟ ਨੂੰ ਮੰਨਦੇ ਆ ਤਾਂ ਉਹਨਾਂ ਨੂੰ ਖੁੱਲੇ ਮਨ ਨਾਲ ਇਹ ਸਵੀਕਾਰ ਕਰਨਾ ਚਾਹੀਦਾ ਕਿ ਜੋ ਕੁਝ ਵੀ ਵਾਪਰਿਆ, ਕਿ ਉਹਨਾਂ ਨੇ ਆਪਣੇ ਸੁਭਾਵਿਕ ਤੌਰ ਤੇ ਉਹਨਾਂ ਚੀਜ਼ਾਂ ਦੇ ਵਿੱਚ ਸ਼ਮੂਲੀਅਤ ਕੀਤੀ ਵੀ ਕਿ ਨਹੀਂ ਕੀਤੀ, ਜਾਂ ਉਹਨਾਂ ਦੇ ਪਿੱਛੇ ਪਾਵਰਸ, ਜਿਹਨੂੰ ਪੋਲੀਟੀਕਲ ਪਾਵਰਸ ਕਹਿੰਦੇ ਆ, ਉਹਨਾਂ ਨੇ ਉਹਨਾਂ ਦਾ ਮਿਸਯੂਜ਼ ਕੀਤਾ। ਇਹ ਬੜੇ ਵੱਡੇ ਮਸਲੇ ਆ, ਕਿਉਂਕਿ ਅਸੀਂ ਹਮੇਸ਼ਾ ਆਪਣੇ ਕੋਲ ਵਰਦੀ ਵਾਲੇ ਨੂੰ ਦੇਖ ਕੇ ਸੁਰੱਖਿਅਤ ਮਹਿਸੂਸ ਕਰਦੇ ਹਾਂ। ਅਸੀਂ ਹਮੇਸ਼ਾ ਮੁਸ਼ਕਲ ਸਮੇਂ 'ਚ ਪੁਲਿਸ ਨੂੰ ਆਵਾਜ਼ ਮਾਰਦੇ ਹਾਂ, ਲੇਕਿਨ ਅਸੀਂ ਕਿਸ ਵਿਸ਼ਵਾਸ ਦੇ ਉੱਤੇ ਪੁਲਿਸ ਨੂੰ ਆਵਾਜ਼ ਮਾਰਾਂਗੇ ਜੇਕਰ ਪੁਲਿਸ ਪ੍ਰਮੁੱਖ ਦੇ ਉੱਤੇ ਇੰਨੇ ਐਲੀਗੇਸ਼ਨ ਹੋਣਗੇ, ਇੰਨੇ ਦੋਸ਼ਾਂ 'ਚੋਂ ਘਿਰਿਆ ਹੋਊਗਾ। ਸੋ ਸੁਸਾਇਟੀ ਨੂੰ ਦੇਖਣਾ ਹੈ, ਇਹਨਾਂ ਮਾਮਲਿਆਂ 'ਚ ਇਨਸਾਫ ਹੋਣਾ ਚਾਹੀਦਾ ਕਿ ਕੌਣ ਕਿੱਥੇ ਖੜਾ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣ ਦੀ ਉਮੀਦ ਬਣਦੀ ਹੈ। ਬਿਲਕੁਲ। ਦੇਖੋ ਹੁਣ ਗੱਲ ਤੁਰੀ ਹੈ, ਅੱਜ ਤੋਂ ਪਹਿਲੇ ਸੁਮੇਰ ਸਿੰਘ ਇਹਨਾਂ ਦਾ ਨਾਂ ਲਿੱਤਾ ਜਾਂਦਾ ਸੀਗਾ ਤੇ ਇਹ ਰਾਜਨੀਤਿਕ ਸਰਕਲ ਦੇ ਵਿੱਚ ਬੜੀ ਗੱਲ ਚੱਲਦੀ ਸੀਗੀ ਕਿ ਉਹਨਾਂ ਨੂੰ ਅਰੈਸਟ ਕਰਨਾ ਬੜਾ ਔਖਾ ਹੈ। ਅਰੈਸਟ ਕਰਨਾ ਵਾਕਈ ਔਖਾ ਸੀਗਾ। ਜਿਸ ਤਰੀਕੇ ਨਾਲ ਕੋਰਟਾਂ ਤੋਂ ਉਹਨਾਂ ਨੂੰ ਹਰ ਕੇਸ ਦੇ ਵਿੱਚ ਜ਼ਮਾਨਤ ਮਿਲਦੀ ਰਹੀ ਔਰ ਹਜੇ ਵੀ ਮਿਲੀ ਹੋਈ ਸੀ। ਇਹ ਤੇ ਇੱਕ ਨਵਾਂ ਕੇਸ ਕਾਂਸਟੇਬਲ ਭਰਤੀ ਘੁਟਾਲੇ ਦਾ ਦਰਜ ਕੀਤਾ ਗਿਆ ਵਿਜੀਲੈਂਸ ਡਿਪਾਰਟਮੈਂਟ ਦੇ ਵਿੱਚ। ਉਸ ਕੇਸ ਦੇ ਵਿੱਚ ਉਹਨਾਂ ਦੀ ਅਰੈਸਟ ਹੋਈ। ਅਰੈਸਟ ਹੋਣ ਤੋਂ ਬਾਅਦ ਉਹਨਾਂ ਸਾਰੇ ਕੇਸਾਂ ਦੇ ਵਿੱਚ ਕਿਸ ਤਰੀਕੇ ਨਾਲ ਪੁੱਛਗਿੱਛ ਹੋਏਗੀ, ਉਸ ਪੁੱਛਗਿੱਛ ਦੇ ਉੱਤੇ ਕੋਰਟਾਂ ਦਾ ਕੀ ਰਵੱਈਆ ਹੋਏਗਾ, ਇਹ ਆਉਣ ਵਾਲੇ ਟਾਈਮ ਵਿੱਚ ਹੀ ਪਤਾ ਲੱਗੇਗਾ। ਪਰ ਫਿਲਹਾਲ ਸੁਮੇਰ ਸਿੰਘ ਸੈਣੀ ਉਹਨਾਂ ਦੀ ਤਕਲੀਫਾਂ ਤੇ ਵਧਣੀ ਹੈ ਔਰ ਨਾਲ ਦੇ ਨਾਲ ਉਹਨਾਂ ਦੇ ਪੋਲੀਟੀਕਲ ਮਾਸਟਰਸ ਜਿਹੜੇ ਰਹੇ ਨੇ, ਕਿਉਂਕਿ ਜਦ ਸੁਮੇਰ ਸਿੰਘ ਸੈਣੀ ਉਹਨਾਂ ਨੂੰ ਅਕਾਲੀਆਂ ਨੇ DGP ਲਾਇਆ ਸੀ ਤੇ ਇਹਦਾ ਬਹੁਤ ਵੱਡਾ ਕ੍ਰਿਟਿਸਿਜ਼ਮ ਖਾਸ ਕਰਕੇ ਸਿੱਖੀ ਦੇ ਖੇਤਰ ਦੇ ਵਿੱਚ ਹੋਇਆ ਸੀਗਾ। ਬਹੁਤ ਸਾਰੇ ਬਾਹਰ ਬੈਠੇ ਸਾਡੇ ਸਿੱਖ ਉਹਨਾਂ ਨੇ ਇਸ ਗੱਲ ਨੂੰ ਅਪੋਜ਼ ਕੀਤਾ ਸੀਗਾ, ਕਿਉਂਕਿ ਅੱਤਵਾਦ ਦੇ ਟਾਈਮ ਵੀ ਸੁਮੇਰ ਸਿੰਘ ਸੈਣੀ ਉਹਨਾਂ ਦਾ ਰੋਲ ਬੜਾ ਕੰਟਰੋਵਰਸ਼ੀਅਲ ਰਿਹਾ ਸੀਗਾ ਔਰ ਉਹਦੇ ਉੱਤੇ ਕਿੰਤੂ ਪਰੰਤੂ ਬਹੁਤ ਲੱਗੇ ਸੀਗੇ, ਪਰ ਅੱਜ ਤੱਕ ਉਹ ਬਚਦੇ ਰਹੇ ਸੀ। ਹੁਣ ਸਾਰੇ ਕੇਸਾਂ ਦੇ ਵਿੱਚ ਅਗਰ ਪੁੱਛਗਿੱਛ ਹੋਈ ਤੇ ਕੋਈ ਨਾ ਕੋਈ ਸਿੱਟਾ ਨਿਕਲਣ ਦੀ ਉਮੀਦ ਹੈ ਔਰ ਉਸ ਉਮੀਦ ਦੇ ਰਾਹੀਂ ਸੁਮੇਰ ਸਿੰਘ ਸੈਣੀ ਉਹਨਾਂ ਦੀ ਤਕਲੀਫਾਂ ਜ਼ਰੂਰ ਵੱਧ ਸਕਦੀਆਂ। ਇਹ 'ਚ ਕੋਈ ਦੋ ਰਾਵਾਂ ਨਹੀਂ ਕਿ ਜਦੋਂ ਲਗਾਤਾਰ ਪਿਛਲੇ 3 ਸਾਲ ਤੋਂ 2 ਸਾਲ ਤੋਂ ਇਹ ਘਟਨਾਵਾਂ ਤੇਜ਼ੀ ਨਾਲ ਅੱਗੇ ਵੱਧ ਰਹੀਆਂ, ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਮਾਮਲਿਆਂ ਨੂੰ ਲੈ ਕੇ ਪ੍ਰੋਮਿਸਿਸ ਕਰਕੇ ਸੱਤਾ 'ਚ ਆਉਂਦੇ ਆ ਤੇ ਉਸ ਤੋਂ ਬਾਅਦ 4.5 ਸਾਲ ਬੀਤ ਗਏ, ਹੁਣ ਤੱਕ ਕੋਈ ਕਾਰਵਾਈ ਨਹੀਂ ਹੁੰਦੀ। ਚਰਨਜੀਤ ਸ਼ਰਮਾ ਗ੍ਰਿਫਤਾਰ ਕੀਤੇ ਜਾਂਦੇ ਆ, ਉਮਰਾ ਨੰਗਲ ਜਿਹੜੇ ਪਰਮਰਾਜ ਸਿੰਘ ਉਮਰਾ ਨੰਗਲ ਹੈ ਉਹਨਾਂ ਨੂੰ ਵੀ ਅੰਦਰ ਜਾਣਾ ਪੈਂਦਾ, ਲੇਕਿਨ ਸੁਮੇਧ ਸਿੰਘ ਸੈਣੀ ਬਾਰੋ-ਬਾਰ ਬਚਦੇ ਨਜ਼ਰ ਆਏ। ਲਗਾਤਾਰ ਇਸ ਗੱਲ ਦੀ ਤਵੱਕੋ ਕੀਤੀ ਜਾਂਦੀ ਸੀਗੀ ਕਿ DGP ਦੇ ਹੁੰਦਿਆਂ ਕਿੱਧਰੋਂ ਗੋਲੀ ਦਾ ਆਰਡਰ ਮਿਲਦਾ ਹੈ, ਕਤਲ ਕਿਵੇਂ ਹੋ ਜਾਂਦੇ ਆ, ਸ਼ਾਂਤਮਈ ਕਈ ਚੀਜ਼ਾਂ ਐਸੀਆਂ ਸੀ। ਅਸੀਂ ਕਿਸੇ ਨੂੰ ਉਂਗਲ ਨਹੀਂ ਕਰਦੇ, ਕਿਸੇ ਦੇ ਉੱਤੇ ਦੋਸ਼ ਨਹੀਂ ਲਾਉਂਦੇ, ਲੇਕਿਨ ਘਟਨਾਵਾਂ ਦਾ ਵੇਗ ਇਹ ਕਹਿੰਦਾ ਸੀਗਾ ਕਿ ਆਖਰ ਕਿੱਧਰੋਂ ਤਾਂ ਇਹ ਸਾਰੇ ਜੋ ਵੀ ਵਰਤਾਰੇ ਆ ਇਹਨਾਂ ਨੂੰ ਸਰਅੰਜਾਮ ਦਿੱਤਾ ਗਿਆ। ਲੇਕਿਨ ਐਂਡ ਆਫ ਦਾ ਡੇ ਕੈਪਟਨ ਅਮਰਿੰਦਰ ਸਿੰਘ ਤੇ ਉਂਗਲ ਉੱਠਦੀ ਸੀ ਕਿ ਆਖਰ ਉਹ ਕਿਉਂ ਇਸ ਮਾਮਲੇ ਘੋਲ ਕੀਤੀ ਜਾ ਰਹੀ ਹੈ। ਆਖਰ ਏਡੇ ਵੱਡੇ ਮਾਮਲਿਆਂ ਦੇ ਵਿੱਚ ਵੀ ਸੁਮੇਧ ਸਿੰਘ ਸੈਣੀ ਦੀ ਕਸਟੋਡੀਅਲ, ਜਿਹਨੂੰ ਅਰੈਸਟ ਕਹਿੰਦੇ ਆ, ਜਿਹੜੀ ਹਿਰਾਸਤੀ ਅੱਗੇ ਜਾ ਕੇ ਅਸੀਂ ਕਹਿੰਦੇ ਆ ਪੁੱਛਗਿੱਛ, ਉਹਦੇ ਤੋਂ ਬਚਿਆ ਜਾ ਰਿਹਾ ਸੀਗਾ। ਇਹਦੇ ਵਿੱਚ ਸਿਆਸੀ ਹਮਲਾ ਜਿੰਨਾ ਕੈਪਟਨ ਅਮਰਿੰਦਰ ਸਿੰਘ ਤੇ ਪਿਛਲੇ ਦਿਨਾਂ 'ਚ ਬੋਲਿਆ ਗਿਆ, ਉਹਦੇ ਵਿੱਚ ਵੀ ਸਫਾਈ ਦੇਣੀ ਔਖੀ ਹੋ ਗਈ ਸੀਗੀ। ਹੁਣ ਜਦੋਂ ਹਾਲਾਤ ਬਹੁਤ ਟੇਢੇ ਹੋ ਗਏ, 18 ਨੁਕਾਤੀ ਪ੍ਰੋਗਰਾਮ ਪੇਸ਼ ਕੀਤਾ ਗਿਆ, ਨਵਜੋਤ ਸਿੰਘ ਸਿੱਧੂ ਵੱਲੋਂ 5 ਨੁਕਾਤੀ ਪ੍ਰੋਗਰਾਮ ਮੁੱਖ ਮੰਤਰੀ ਨੂੰ ਮਿਲ ਕੇ ਦਿੱਤਾ ਗਿਆ, ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਕੈਬਨਿਟ ਸਾਥੀਆਂ ਵੱਲੋਂ ਲਗਾਤਾਰ ਨਿਸ਼ਾਨਾ ਸਾਧਿਆ ਜਾ ਰਿਹਾ ਸੀ। ਉਸ ਵੇਲੇ ਸੁਮੇਧ ਸਿੰਘ ਸੈਣੀ ਦੇ ਘਰ ਦੀ ਘੇਰਾਬੰਦੀ ਦਾ ਹੋਣਾ, ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਸਰੋਤ ਜਿਹੜੇ ਆ ਉਹਨਾਂ ਦੀ ਅੱਗੇ ਜਾ ਕੇ ਗੱਲ ਹੋਣੀ, ਲੇਕਿਨ ਘੇਰਾਬੰਦੀ ਤੋਂ ਬਾਅਦ ਵੀ ਲਗਭਗ ਪੂਰੀ ਰਾਤ ਘੇਰਾਬੰਦੀ ਹੋਣ ਤੋਂ ਬਾਅਦ ਵੀ ਅਰੈਸਟ ਨਾ ਹੋ ਪਾਉਣੀ, ਇਹ ਸਰਕਾਰ ਲਈ ਕਿਰਕਰੀ ਦਾ ਬਾਇਸ ਸੀਗਾ। ਲੇਕਿਨ ਅੱਜ ਜਦੋਂ ਇਹ ਗ੍ਰਿਫਤਾਰੀ ਹੋ ਚੁੱਕੀ ਆ ਤਾਂ ਕੀ ਸਰਕਾਰ ਦੀ ਸੁਹਿਰਦਤਾ ਇਹਨਾਂ ਕੇਸਾਂ ਨੂੰ ਇਮਾਨਦਾਰੀ ਨਾਲ ਅੱਗੇ ਵਧਾਉਣ ਦੀ ਆ, ਇਹਨਾਂ ਨੂੰ ਕਿਸੇ ਲੌਜੀਕਲ ਐਂਡ ਤੱਕ ਪਹੁੰਚਾਉਣ ਦੀ ਆ, ਜਾਂ ਫਿਰ 1 ਜਾਂ 2 ਦਿਨ ਬਾਅਦ ਕੋਈ ਕੋਰਟ ਫਿਰ ਜਾ ਕੇ ਦਖਲਅੰਦਾਜ਼ੀ ਕਰਕੇ ਇਹਨਾਂ ਨੂੰ ਜ਼ਮਾਨਤ ਦਿਵਾਊਗੀ?
ਇਹ ਬਹੁਤ ਵੱਡੇ ਮਸਲੇ, ਅਸੀਂ ਕਿਸੇ ਕੋਰਟ ਦੇ ਉੱਤੇ ਪ੍ਰਸ਼ਨ ਚਿੰਨ੍ਹ ਨਹੀਂ ਲਾਉਂਦੇ, ਉਹ ਇੱਕ ਤਰੀਕਾਕਾਰ ਆ, ਉਹ ਇੱਕ ਪ੍ਰਕਿਰਿਆ, ਉਹ ਪ੍ਰਕਿਰਿਆ ਦੇ ਤਹਿਤ ਹੀ ਜ਼ਮਾਨਤਾਂ ਮਿਲਦੀਆਂ। ਲੇਕਿਨ ਕੀ ਵਕੀਲਾਂ ਦੀਆਂ ਵੱਡੀਆਂ ਫੌਜਾਂ, ਉਹ ਲੋਕ ਜਿਹੜੇ ਇਹਨਾਂ ਚੀਜ਼ਾਂ ਲਈ ਪ੍ਰੋਫੈਸ਼ਨਲ ਨੇ, ਕੀ ਇਹ ਸਾਰੇ ਮਸਲੇ ਪੰਜਾਬ ਦੇ ਸਮਾਜਿਕ ਜੀਵਨ, ਪੰਜਾਬ ਦੇ ਮੁਆਸ਼ਰੇ ਨੂੰ ਇਨਸਾਫ ਤੱਕ ਲੈ ਕੇ ਜਾਣ ਲਈ ਰੋੜਾ ਬਣਨਗੇ? ਮੈਂ ਲਾਸਟ ਇਹ ਗੱਲ ਕਰਕੇ ਕਿ ਕੀ ਕੈਪਟਨ ਅਮਰਿੰਦਰ ਸਿੰਘ ਹੁਣ ਆਪਣੇ ਤੇ ਲੱਗੇ ਦਾਗ ਧੋਣ ਲਈ ਤਤਪਰ ਨੇ? ਨਹੀਂ, ਬਿਲਕੁਲ ਇੱਕ ਦਾਗ ਉਹਨਾਂ ਦੇ ਉੱਤੇ ਇਹ ਬਹੁਤ ਵੱਡਾ ਲੱਗਦਾ ਸੀਗਾ। ਜਿੱਦਾਂ ਤੁਸੀਂ ਕਿਹਾ, ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਆਪਣੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਕਹੀ ਸੀ, ਜੇ ਮੈਂ ਹੁੰਦਾ ਗ੍ਰਹਿ ਮੰਤਰੀ ਤੇ ਕੰਧ ਟੱਪ ਕੇ ਸੁਮੇਧ ਸਿੰਘ ਸੈਣੀ ਉਹਨਾਂ ਨੂੰ ਅਰੈਸਟ ਕਰਦਾ। ਔਰ ਬਹੁਤ ਸਾਰੇ ਲੋਕਾਂ ਦੇ ਵਿੱਚ ਇਸ ਗੱਲ ਦਾ ਸ਼ੁਭਾ ਸੀਗਾ, ਸ਼ੱਕ ਸੀਗਾ ਕਿ ਸੁਮੇਧ ਸਿੰਘ ਸੈਣੀ ਉਹਨਾਂ ਨੂੰ ਘੇਰਾ ਅਕਸਰ ਪਾਇਆ ਜਾਂਦਾ, ਪਰ ਕਦੀ ਵੀ ਉਹ ਫੜੇ ਨਹੀਂ ਜਾਂਦੇ। ਪਰ ਅੱਜ ਜਿਸ ਤਰੀਕੇ ਨਾਲ ਸੁਮੇਧ ਸਿੰਘ ਸੈਣੀ ਉਹਨਾਂ ਨੂੰ ਫੜਿਆ, ਉਹ ਕੈਪਟਨ ਅਮਰਿੰਦਰ ਸਿੰਘ ਕਹਿ ਲਓ ਜਾਂ ਗ੍ਰਹਿ ਮੰਤਰਾਲਿਆ ਕਹਿ ਲਓ ਜਾਂ ਪੁਲਿਸ ਮਹਿਕਮਾ ਕਹਿ ਲਿਓ, ਉਹਨਾਂ ਨੇ ਇਸ ਗੱਲ ਨੂੰ ਸਾਬਿਤ ਕਰਤਾ ਕਿ ਨਹੀਂ, ਉਹ ਤੇ ਅਰੈਸਟ ਕਰਨਾ ਚਾਹੁੰਦੇ ਸੀਗੇ। ਉਹ ਕੋਰਟਾਂ ਦੀ ਸ਼ਹਿ ਦੇ ਉੱਤੇ ਉਹ ਅਕਸਰ ਬਚਦੇ ਰਹਿੰਦੇ ਸੀਗੇ, ਪਰ ਇੱਕ ਨਵਾਂ ਕੇਸ ਦਰਜ ਕਰਕੇ ਜਿਸ ਤਰੀਕੇ ਨਾਲ ਗੱਡੀ ਦੇ ਵਿੱਚ ਬੈਠਣ ਹੋਣ ਦੇ ਬਾਵਜੂਦ ਉਹਨਾਂ ਨੂੰ ਅਰੈਸਟ ਕੀਤਾ, ਇਹਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਕੈਪਟਨ ਅਮਰਿੰਦਰ ਸਿੰਘ ਆਪਣੇ ਨੰਬਰ ਘਟ ਗਏ ਕਿ ਉਹਨਾਂ ਦੀ ਨੀਅਤ ਸਾਫ਼ ਸੀ, ਪਰ ਕੋਰਟਾਂ ਦੇ ਅੱਗੇ ਉਹਨਾਂ ਦੀ ਵੀ ਬਹੁਤੀ ਚੱਲਦੀ ਨਹੀਂ ਸੀ। ਪਰ ਅੱਜ ਅਰੈਸਟ ਹੋ ਗਏ ਨੇ ਤੇ ਸਾਰੀ ਪਰਤਾਂ, ਭਾਵੇਂ ਪੁਰਾਣੇ ਕੇਸ ਹੋਣ, ਭਾਵੇਂ ਬੇਅਦਬੀ ਦਾ ਮਾਮਲਾ ਹੋਏ, ਭਾਵੇਂ ਗੋਲੀकांड ਦਾ ਮਾਮਲਾ ਹੋਏ, ਭਾਵੇਂ ਮੁਲਤਾਨੀ ਦਾ ਮਾਮਲਾ ਹੋਏ, ਭਾਵੇਂ ਸੈਣੀ ਮੋਟਰ ਦਾ ਮਾਮਲਾ ਹੋਏ, ਕਈ ਕੇਸਾਂ ਦੇ ਵਿੱਚ ਪੁੱਛਗਿੱਛ ਹੋਏਗੀ ਔਰ ਉਹਨਾਂ ਕੇਸਾਂ ਦੇ ਵਿੱਚ ਸੈਣੀ ਉਹਨਾਂ ਦੀ ਮੁਸ਼ਕਿਲਾਂ ਜ਼ਰੂਰ ਵਧਣਗੀਆਂ। ਬਿਲਕੁਲ ਬਿਲਕੁਲ, ਇੱਕ ਸਾਬਕਾ ਡੀਜੀਪੀ ਦਾ ਪੁਲਿਸ ਹਿਰਾਸਤ ਵਿੱਚ ਹੋਣਾ, ਉਮੀਦ ਤਾਂ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਸਾਬਕ ਡੀਜੀਪੀ ਵਾਂਗ ਟਰੀਟ ਨਾ ਕੀਤਾ ਜਾਵੇ, ਉਹਨਾਂ ਨੂੰ ਇੱਕ ਆਮ ਸ਼ਹਿਰੀ ਵਾਂਗ ਹੀ ਸਾਰੇ ਕੇਸਾਂ ਦੇ ਵਿੱਚ ਪੁੱਛਗਿੱਛ ਕੀਤੀ ਜਾਵੇ, ਜਿਹਦੀ ਉਮੀਦ ਘੱਟ ਹੁੰਦੀ ਆ। ਅਕਸਰ ਕਹਿੰਦੇ ਡਾਢਿਆਂ ਦੇ 27ਵੀਂ 100 ਹੁੰਦਾ, ਉਹਨਾਂ ਦੇ ਹੱਥ ਲੰਬੇ ਹੁੰਦੇ ਆ, ਲੇਕਿਨ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਸੁਮੇਧ ਸਿੰਘ ਸੈਣੀ ਨਾਲ ਵੀ ਉਹੋ ਹੀ ਵਰਤਾਅ ਹੋਵੇ ਜਿਹੜਾ ਇੱਕ ਆਮ ਬਸ਼ਰ ਨਾਲ, ਇੱਕ ਆਮ ਸਿਟੀਜ਼ਨ ਨਾਲ ਹੁੰਦਾ। ਤੁਹਾਨੂੰ ਯਾਦ ਹੋਊਗਾ ਕਿ ਜਦੋਂ ਬਹਿਬਲ ਕਲਾਂ ਬਰਗਾੜੀ ਮਾਮਲਿਆਂ ਦੇ ਵਿੱਚ, ਕੋਟਕਪੂਰਾ ਗੋਲੀ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਇੱਕ ਜਿਹੜੀ ਨਾਰਕੋ ਟੈਸਟ ਹੁੰਦਾ ਜੀ, ਉਹਦੇ ਲਈ ਐਪਲੀਕੇਸ਼ਨ ਦਾਇਰ ਕੀਤੀ ਗਈ ਸੀਗੀ ਤੇ ਉਹਦੇ ਵਿੱਚ ਲਾਈਵ ਡਿਟੈਕਟਿਵ ਟੈਸਟ, ਉਹਦੇ ਵਿੱਚ ਪਰਮਰਾਜ ਸਿੰਘ ਉਮਰਾ ਨੰਗਲ ਤੋਂ ਇਲਾਵਾ ਬਾਕੀ ਸਾਰਿਆਂ ਨੇ ਨਾ ਕਰਤੀ ਸੀਗੀ। ਉਹਦੇ 'ਚ ਸੁਮੇਧ ਸਿੰਘ ਸੈਣੀ ਨੇ ਉਹ ਟੈਸਟ ਕਰਾਉਣ ਤੋਂ ਨਾ ਕਰਤੀ ਸੀ ਤਾਂ ਕਿ ਸੱਚ ਝੂਠ ਦਾ ਨਤਾਰਾ ਹੋ ਸਕੇ। ਲੇਕਿਨ ਜਿਨ੍ਹਾਂ ਦੇ ਪੱਲੇ ਸੱਚ ਹੋਵੇ ਉਹ ਕਿਸੇ ਵੀ ਜਾਂਚ ਤੋਂ ਡਰਦੇ ਨਹੀਂ ਗੇ। ਸੁਮੇਧ ਸਿੰਘ ਸੈਣੀ ਦੇ ਮਾਮਲੇ 'ਚ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਪੁਲਿਸ ਉਹੀ ਤਰੀਕਾਕਾਰ ਵਰਤੂਗੀ ਜਿਹੜਾ ਇੱਕ ਪ੍ਰੋਫੈਸ਼ਨਲ ਪੁਲਿਸ ਫੋਰਸ ਨੂੰ ਕਰਨਾ ਚਾਹੀਦਾ। ਲੇਕਿਨ ਪੰਜਾਬ ਦੇ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ, ਭਾਵੇਂ ਕਿਸੇ ਵੀ ਕੇਸ ਦੇ ਵਿੱਚ ਇਨਸਾਫ ਹੁੰਦਾ ਨਜ਼ਰ ਆਉਣਾ ਚਾਹੀਦਾ। ਸੋ ਕੱਲ ਦੀ ਸਵੇਰ ਕਿਉਂਕਿ ਅਸੀਂ ਅੱਜ ਦੇਰ ਸ਼ਾਮ ਨੂੰ ਇਹ ਪ੍ਰੋਗਰਾਮ ਕਰ ਰਹੇ ਹਾਂ, ਹੁਣ ਲਗਭਗ 12 ਵੱਜਣ ਵਾਲੇ ਆ ਰਾਤ ਦੇ, ਤੇ ਇਸ ਕਰਕੇ ਅਸੀਂ ਇਹ ਗੱਲ ਕਰ ਰਹੇ ਸੀ ਕਿ ਅਤਿਮ ਆ ਕਿ ਕਿਵੇਂ ਸੁਮੇਧ ਸਿੰਘ ਸੈਣੀ ਜਿਹੜੇ ਹੁਣ ਤੱਕ ਪੁਲਿਸ ਗ੍ਰਿਫਤ ਤੋਂ ਬਾਹਰ ਸੀਗੇ, ਪੁਲਿਸ ਗ੍ਰਿਫਤ ਵਿੱਚ ਆ ਗਏ ਔਰ ਹੁਣ ਅੱਗੇ ਇਹ ਕਵਾਇਦ ਕਿਵੇਂ ਚੱਲੂਗੀ। ਭਾਸਕਰ ਸਾਹਿਬ, ਦੇਰ ਸ਼ਾਮ ਨੂੰ ਜੁੜਨ ਲਈ ਬਹੁਤ ਮਿਹਰਬਾਨੀ। ਧੰਨਵਾਦ ਜੀ।